ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ ਯੂਐਸ ਇਮੀਗ੍ਰੇਸ਼ਨ, ਜਿੱਥੇ ਆਪਾਂ ਇਮੀਗ੍ਰੇਸ਼ਨ ਦੀਆਂ ਇੰਪੋਰਟੈਂਟ ਖਬਰਾਂ ਦੀ ਗੱਲ ਕਰਦੇ ਹਾਂ, ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਸੋ ਲਾਸਟ ਟਾਈਮ ਤੁਹਾਨੂੰ ਮੈਂ ਦੱਸਿਆ ਸੀ ਕਿ ਟਾਈਟਲ 42 ਜਿਸ ਤਰ੍ਹਾਂ ਐਂਡ ਹੋਇਆ ਤੇ ਜਿਹੜੀ ਨਵੀਂ ਬਾਈਡਨ ਦੀ ਨੀਤੀ ਆ ਉਹਦੇ ਵਿੱਚ ਜਿਹੜੇ 15 ਸਟੈਪ ਆ ਮੈਂ ਡਿਟੇਲ 'ਚ ਡਿਸਕਸ ਕੀਤੇ ਸੀ। ਉਸੇ ਗੱਲ ਨੂੰ ਅੱਗੇ ਤੋਰਦੇ ਹਾਂ, ਕਿਉਂਕਿ ਸਭ ਤੋਂ ਜ਼ਿਆਦਾ ਕਾਲਾਂ, ਸਭ ਤੋਂ ਜ਼ਿਆਦਾ ਜਿਹੜੀਆਂ ਇਨਕੁਆਇਰੀਜ਼ ਨੇ ਉਹ ਇਹ ਆ ਰਹੀਆਂ ਕਿ ਜਿਹੜਾ ਸਦਰਨ ਬਾਰਡਰ ਆ, ਜਿਹੜਾ ਕਿ ਮੈਕਸੀਕੋ ਤੇ ਅਮਰੀਕਾ ਨਾਲ ਲੱਗਦਾ, ਉਹਦੀ ਸਿਚੁਏਸ਼ਨ ਕੀ ਆ। ਸਦਰਨ ਬਾਰਡਰ ਤੇ ਜਿਹੜੇ ਗਵਰਨਮੈਂਟ ਦੇ ਫਿਗਰਸ ਨੇ ਉਹ ਦੱਸ ਰਹੇ ਆ ਕਿ ਜਿਹੜੀ ਮਾਈਗ੍ਰੇਸ਼ਨ ਆ, ਜਿਹੜੇ ਲੋਕੀ ਆ ਰਹੇ ਸੀ ਉਹ ਅੱਗੇ ਨਾਲੋਂ ਕਾਫੀ ਜ਼ਿਆਦਾ ਡਿਕਲਾਈਨ ਹੋਈ ਆ, ਉਹ ਘਟੀ ਆ। ਤੇ ਸਰਕਾਰ ਇਹ ਦਾਅਵਾ ਕਰ ਰਹੀ ਆ ਕਿ ਅੱਗੇ ਨਾਲੋਂ ਮਤਲਬ ਪਿਛਲੇ ਮਹੀਨੇ ਦੇ ਮੁਕਾਬਲੇ ਜਾਂ ਉਸ ਤੋਂ ਪਿਛਲੇ ਮਹੀਨੇ ਦੇ ਘੱਟ ਲੋਕੀ ਐਂਟਰ ਕਰ ਰਹੇ ਆ। ਇੱਕ ਜਿਹੜਾ ਇੰਪੋਰਟੈਂਟ ਲਾਅ ਸੂਟ ਫਲੋਰੀਡਾ ਦੇ ਵਿੱਚ ਫਾਈਲ ਹੋਇਆ ਸੀ, ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਉੱਥੋਂ ਦੇ ਰਿਪਬਲਿਕਨ ਸਟੇਟ ਦੇ ਅਟਾਰਨੀ ਜਨਰਲ ਨੇ ਉਹਨਾਂ ਨੇ ਕੇਸ ਫਾਈਲ ਕੀਤਾ ਕਿ ਇਹ ਬੰਦੇ ਨਹੀਂ ਆਉਣੇ ਚਾਹੀਦੇ ਜਿਨ੍ਹਾਂ ਨੂੰ ਕਿ ਲੀਗਲ ਐਂਟਰੀ ਦਿੱਤੀ ਜਾਂਦੀ ਹੈ। ਜਿਵੇਂ ਰੋਜ਼ ਦਾ 1000 ਬੰਦਾ ਆਉਂਦਾ, ਉਹਨੂੰ ਸਟੇ ਮਿਲ ਗਈ ਸੀ। ਉਹ ਹੁਣ ਜੱਜ ਸਾਹਿਬ ਨੇ ਪਹਿਲਾਂ ਟੈਂਪਰੇਰੀ ਸੀਗੀ, ਹੁਣ ਉਹ ਪਰਮਾਨੈਂਟ ਇੰਜੰਕਸ਼ਨ ਕਰਤੀ ਆ ਤੇ ਗਵਰਨਮੈਂਟ ਨੇ ਉਹਦੀ ਅਪੀਲ ਕਰਤੀ, ਜਿਹੜੀ ਉੱਥੋਂ ਦੀ ਸਰਕਟ ਕੋਰਟ ਆ, ਉੱਪਰਲੀ ਕੋਰਟ ਆ, ਉਹਦੇ ਵਿੱਚ। ਸੋ ਜਿੰਨੀ ਦੇਰ ਤੱਕ ਉਹ ਸਟੇ ਨਹੀਂ ਹੁੰਦੀ ਉਨੀ ਦੇਰ ਤੱਕ ਜਿਹੜੀ ਇੰਜੰਕਸ਼ਨ ਜਿਹੜੀ ਜਾਰੀ ਹੈ। ਇਹਦੇ ਨਾਲ ਜਿਹੜਾ ACLU ਨੇ ਕੇਸ ਕੀਤਾ ਸੀਗਾ, ਜਿਹੜਾ ਉਹ ਸੇਫ ਕੰਟਰੀ ਰੂਲ ਆ, ਜਿਹਨੂੰ ਆਪਾਂ ਟ੍ਰਾਂਜ਼ਿਟ ਬੈਨ ਕਹਿੰਦੇ ਆ, ਵੀ ਜੇ ਕੋਈ ਹੋਰ ਕੰਟਰੀ 'ਚੋਂ ਆਉਂਦਾ ਬੰਦਾ ਤੇ ਉਹ ਪਹਿਲਾਂ ਕੇਸ ਆਪਣਾ ਉਸ ਕੰਟਰੀ 'ਚ ਫਾਈਲ ਕਰੇ, ਤੇ ਉਹ ਵੀ ਜਿਹੜਾ ਕੋਰਟ ਦੇ ਵਿੱਚ ਫਾਈਲਡ ਆ ਤੇ ਅਜੇ ਉਹ ਕੋਰਟ ਦੇ ਵਿੱਚ ਪੈਂਡਿੰਗ ਆ, ਕੋਈ ਖਾਸ ਉਹਦੀ ਅਪਡੇਟ ਜਿਹੜੀ ਆ ਉਹ ਨਹੀਂ ਆ। ਤੀਸਰੀ ਜਿਹੜੀ ਇੰਪੋਰਟੈਂਟ ਗੱਲ ਇਹ ਹੈਗੀ ਆ ਕਿ ਆਪਣੇ ਜਿਹੜੇ ਪੰਜਾਬ ਤੋਂ ਜਾਂ ਇੰਡੀਆ ਤੋਂ ਲੋਕ ਆ ਰਹੇ ਨੇ, ਉਹਨਾਂ ਨੂੰ ਐਂਟਰੀ ਜਿਹੜੀ ਆ ਉਹ ਮਿਲਣੀ ਸ਼ੁਰੂ ਹੋਈ ਆ। 2 ਸਾਡੇ ਕੋਲੇ ਕਲਾਇੰਟ ਆਏ ਨੇ ਜਿਨ੍ਹਾਂ ਨੂੰ ਕਿ 16 ਤਰੀਕ ਨੂੰ ਐਂਟਰੀ ਮਿਲੀ ਆ, 16 ਜਿਹੜਾ ਹੈਗਾ ਮਈ ਨੂੰ, ਤੇ ਇੱਕ ਆਇਆ ਜਿਹਨੂੰ ਕਿ 18 ਮਈ ਨੂੰ ਐਂਟਰੀ ਮਿਲੀ ਆ। ਸੋ ਇਸ ਤਰ੍ਹਾਂ ਐਂਟਰੀ ਜਿਹੜੀ ਆ ਉਹ ਆਪਣੇ ਬੰਦਿਆਂ ਨੂੰ ਜਿਹੜੇ ਖਾਸ ਕਰਕੇ ਆਉਂਦੇ ਆ ਮਿਲ ਰਹੀ ਆ, ਪਰ ਜਿਹੜੇ ਵੈਨਜ਼ੂਏਲਾ, ਹੰਡੋਰਸ, ਐਲ ਸੈਲਵਾਡੋਰ ਵਗੈਰਾ ਦੇ ਹੈਗੇ ਆ, ਉਹਨਾਂ ਨੂੰ ਜਿਹੜੀ ਆ ਉਹ ਟਾਈਟਲ 42 ਤੋਂ ਬਾਅਦ ਜਿਹੜੀ ਇੰਜੰਕਸ਼ਨ ਹੈਗੀ, ਸਟੇ ਜਾਰੀ ਆ, ਉਹ ਐਂਟਰੀ ਸਰਕਾਰ ਨਹੀਂ ਦੇ ਰਹੀ। ਪਰ ਆਪਣੇ ਬੰਦੇ ਫਿਰ ਵੀ ਆਉਣੇ ਸ਼ੁਰੂ ਹੋਏ ਆ। ਪਰ ਉਹਦਾ ਮਤਲਬ ਇਹ ਨਹੀਂ ਕਿ ਆਪਾਂ ਇਹ ਮੰਨ ਲਈਏ ਵੀ ਜਿਹੜਾ ਵੀ ਆਊਗਾ ਉਹਨੂੰ ਐਂਟਰੀ ਮਿਲ ਜੂਗੀ। ਪਰ ਜਿਹੜੇ ਕੁਛ ਆਪਣੇ ਬੰਦੇ ਹੁਣ ਜਿਨ੍ਹਾਂ ਨੇ ਕ੍ਰਾਸ ਕੀਤਾ, ਜਿਹੜੇ ਮੇਰੇ ਨੋਟਿਸ ਨੇ, ਉਹਨਾਂ ਨੂੰ ਉੱਥੋਂ ਚੌਂਕੀ ਤੋਂ ਛੱਡ ਦਿੱਤਾ ਗਿਆ। ਉਹਨਾਂ ਨੂੰ ਕਿਸੇ ਜਿਹੜਾ ਹੈਗਾ ਉਹ ਡਿਟੈਂਸ਼ਨ ਸੈਂਟਰ ਵਗੈਰਾ 'ਚ ਨਹੀਂ ਲੈ ਗਈ ਸਰਕਾਰ, ਉੱਥੇ ਕੋਈ ਇੰਟਰਵਿਊ ਵਗੈਰਾ ਨਹੀਂ ਹੋਈ ਤੇ ਉਹਨਾਂ ਨੂੰ ਰਿਲੀਜ਼ ਕੀਤਾ। ਇਹ ਟਾਈਟਲ 42 ਲੱਗਣ ਤੋਂ, ਖਤਮ ਹੋਣ ਤੋਂ ਬਾਅਦ ਆਏ ਆ ਇਹ ਜਿਹੜੇ ਹੁਣ, ਜਿਵੇਂ ਤੁਹਾਨੂੰ ਦੱਸਿਆ ਮੈਂ ਵੀ ਉਸ ਤੋਂ ਬਾਅਦ ਆਏ ਆ। ਉਹ 12 ਨੂੰ ਜਿਹੜਾ ਸੀ 11 ਦੀ ਰਾਤ ਨੂੰ ਖਤਮ ਹੋਇਆ ਤੇ ਉਸ ਤੋਂ ਬਾਅਦ ਆਏ ਆ ਤੇ ਇਹਨਾਂ ਨੂੰ ਐਂਟਰੀ ਮਿਲੀ ਆ। ਪਰ ਫਿਰ ਇੱਕ ਵਾਰੀ ਮੈਂ ਇਹ ਗੱਲ ਜਿਹੜੀ ਦੁਹਰਾ ਦਾਂ ਕਿ ਉਹਦਾ ਮਤਲਬ ਇਹ ਨਹੀਂ ਕਿ ਜਿਹੜਾ ਵੀ ਆਊਗਾ ਉਹਨੂੰ ਐਂਟਰੀ ਮਿਲ ਜੂਗੀ, ਇਹ ਅਜੇ ਟਾਈਮ ਲੱਗੇਗਾ। ਲੇਕਿਨ ਫਿਲਹਾਲ ਦੀ ਤੁਹਾਨੂੰ ਖਬਰ ਇਹ ਦੱਸ ਰਿਹਾ ਕਿਉਂਕਿ ਸਾਡੇ ਕੋਲ ਕੇਸ ਆਏ ਨੇ ਜਿਹੜੇ ਹੁਣ ਐਂਟਰ ਕਰਕੇ ਆਏ ਆ, ਉਹਨਾਂ ਨੂੰ ਕੋਈ ਪ੍ਰੋਬਲਮ ਐਂਟਰੀ 'ਚ ਨਹੀਂ ਆਈ। ਇਹਦੇ ਨਾਲ ਜਿਹੜੀ ਅਗਲੀ ਖਬਰ ਹੈਗੀ ਆ ਕਿ ਜਿਹੜਾ ਹੇਟੀ ਆ, ਉੱਥੋਂ ਜਿਹੜੇ ਬੰਦੇ ਆ ਰਹੇ ਨੇ ਉਹ ਸਭ ਤੋਂ ਜ਼ਿਆਦਾ ਉਹਨਾਂ ਨੂੰ ਜਿਹੜੀ ਹਿਊਮੈਨਿਟੇਰੀਅਨ ਪਰੋਲ ਆ ਉਹ ਮਿਲ ਰਹੀ ਆ। ਤੇ ਸਰਕਾਰੀ ਫਿਗਰ ਆਏ ਆ ਕਿ ਇਹਨਾਂ 'ਚੋਂ ਜਿਹੜੇ ਮਤਲਬ ਬੰਦਿਆਂ ਨੂੰ, ਜਿਹੜੇ 4 ਕੰਟਰੀਜ਼ ਨੇ ਜਿਨ੍ਹਾਂ 'ਚ ਹੈਗਾ ਕਿਊਬਾ, ਹੇਟੀ, ਨਿਕਾਰਾਗੁਆ, ਇਹਨਾਂ 'ਚੋਂ ਜਿਹੜੇ ਬੰਦੇ ਆਏ ਨੇ, ਇਹਨਾਂ ਵਿੱਚੋਂ ਜਨਵਰੀ ਦੇ ਵਿੱਚ 22,755 ਬੰਦੇ ਆਏ ਆ, ਫਰਵਰੀ 'ਚ 27,783, ਮਾਰਚ ਤੇ ਅਪ੍ਰੈਲ 'ਚ ਤਕਰੀਬਨ 28,000 ਬੰਦਾ ਆਇਆ। ਤੇ ਹੇਟੀ ਦੇ ਬੰਦੇ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੇ ਹੈਗੇ ਆ ਉਹ ਹੈਗੇ ਆ। ਇਸ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ US ਸੁਪਰੀਮ ਕੋਰਟ ਵੱਲੋਂ, ਕਿ US ਸੁਪਰੀਮ ਕੋਰਟ ਨੇ ਜਿਹੜਾ ਹੈਗਾ ਉਹ ਇੱਕ ਰਾਹਤ ਦਿੱਤੀ ਆ ਇਮੀਗ੍ਰੈਂਟਸ ਨੂੰ। ਸੋ ਸੁਪਰੀਮ ਕੋਰਟ ਡਿਕਲਾਈਨਸ ਟੂ ਇੰਪੋਜ਼ ਨਿਊ ਹਰਡਲ ਔਨ ਇਮੀਗ੍ਰੈਂਟਸ ਅਪੀਲਿੰਗ ਦੇਅਰ ਕੇਸਿਸ। In a unanimous decision, the US Supreme Court ruled last week that a transgender woman from Guatemala did not need to jump through an additional hoop filing a new motion with the Board of Immigration Appeals before she could take her case to the federal court to challenge her deportation order. The court ruled that such motions are not required. ਕੇਸ ਹੈਗਾ ਜੀ ਸੈਂਟੋਸ ਜ਼ਕਾਰੀਆ ਵਰਸਸ ਗਾਰਲੈਂਡ, ਤੇ ਇਹਦੇ ਵਿੱਚ ਜਿਹੜੀ ਇਸ਼ੂ ਇਹ ਸੀਗਾ ਕਿ what steps a non-citizen needs to take to try to resolve their case with a government agency before they can appeal to the federal court. ਉਹ ਇਹ ਕਹਿੰਦੇ ਆ ਕਿ ਜੇ ਕਿਸੇ ਦਾ ਕੇਸ ਡਿਨਾਈ ਹੋ ਗਿਆ, ਡੈਪੂਟੇਸ਼ਨ ਲੱਗ ਗਈ, ਉਹਨੇ ਰੀਓਪਨ ਕਰਨਾ, ਤਾਂ ਉਹ ਜਿਹੜਾ ਹੈਗਾ ਉਹ ਜਿਹੜੀ ਫੈਡਰਲ ਏਜੰਸੀ ਆ, ਜਿਵੇਂ BIA ਆ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਜਾਂ ਇਮੀਗ੍ਰੇਸ਼ਨ ਕੋਰਟ ਆ, ਇਹ ਫੈਡਰਲ ਕੋਰਟਾਂ ਨੇ, US ਦੀਆਂ ਕੋਰਟਾਂ ਨਹੀਂ ਹੈਗੀਆਂ, ਇਹ ਏਜੰਸੀ ਦੀਆਂ ਕੋਰਟਾਂ ਨੇ, ਇਮੀਗ੍ਰੇਸ਼ਨ ਡਿਪਾਰਟਮੈਂਟ ਦੀਆਂ। ਵੀ ਇਹਨਾਂ ਕੋਲ ਉਹ ਜਿਹੜਾ ਉਹ ਆਪਣੀਆਂ ਰੈਮਡੀਜ਼ ਐਗਜ਼ੌਸਟ ਕਰੇ ਕਿ ਨਾ ਕਰੇ। ਤੇ ਇਹਨਾਂ ਨੇ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਇਹ ਕੇਸ ਗਿਆ। ਇਹਨੂੰ ਕਿਹਾ ਜਾਂਦਾ ਐਗਜ਼ੌਸ਼ਨ, ਵੀ ਤੁਸੀਂ ਸਾਰੀਆਂ ਆਪਣੀਆਂ ਰੈਮਡੀਜ਼ ਜਿਹੜੀਆਂ ਨੇ ਐਗਜ਼ੌਸਟ ਕੀਤੀਆਂ ਪਹਿਲਾਂ,
ਐਡਮਿਨਿਸਟ੍ਰੇਟਿਵ ਲੈਵਲ ਤੇ ਇਮੀਗ੍ਰੇਸ਼ਨ ਦੇ ਲੈਵਲ ਤੇ BIA ਬੋਰਡ ਆਫ ਇਮੀਗ੍ਰੇਸ਼ਨ ਅਪੀਲ ਜਾਂ ਇਮੀਗ੍ਰੇਸ਼ਨ ਕੋਰਟ ਲੈਵਲ ਤੇ, ਤਾਂ ਫਿਰ ਤੁਸੀਂ ਫੈਡਰਲ ਕੋਰਟ ਦੇ ਵਿੱਚ ਜਿਹੜਾ ਹੈਗਾ ਉਹ ਗਏ ਆ। ਇਸ ਕੇਸ ਦੇ ਵਿੱਚ ਕੀ ਹੋਇਆ, BIA ਰਿਵਿਊਡ ਦਾ ਇਮੀਗ੍ਰੇਸ਼ਨ ਕੋਰਟਸ ਡਿਸੀਜਨ ਆਰਡਰਿੰਗ ਸੈਂਟੋਸ ਜ਼ਕਾਰੀਆ ਰਿਮੂਵਡ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਜਿਹੜਾ ਸੀਗਾ ਉਹ ਇਮੀਗ੍ਰੇਸ਼ਨ ਜੱਜ ਦਾ ਡਿਸੀਜਨ ਰਿਵਿਊ ਕੀਤਾ, ਜਿਹਦੇ ਕਿ ਉਹਨੇ ਡੈਪੂਟੇਸ਼ਨ ਲਾਈ ਸੀਗੀ ਤੇ ਉਹਨਾਂ ਨੇ ਇੱਕ ਨਵਾਂ ਗਰਾਊਂਡ ਇੰਟਰੋਡਿਊਸ ਕਰਤਾ ਡਿਨਾਇਲ ਦਾ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਐਰਰ ਹੈਗਾ, ਇੱਕ ਐਰਰ ਸੀਗਾ ਜਿਹੜਾ ਕਿ ਉਹਨਾਂ ਨੇ ਨਵੇਂ ਗਰਾਊਂਡ ਦੇ ਵਿੱਚ ਐਡ ਕੀਤਾ। ਤੇ ਸੈਂਟੋਸ ਜਿਹੜੀ ਜ਼ਕਰੀਆ ਨੇ ਕਿਹਾ ਕਿ ਇਹ ਜਿਹੜਾ ਐਰਰ ਹੈ ਮੇਰੇ ਤੋਂ ਗਲਤੀ ਹੋ ਗਈ, ਮੈਂ ਇਹ ਪੁਆਇੰਟ ਨਹੀਂ ਰੇਜ਼ ਕਰ ਸਕੀ BIA ਦੇ ਵਿੱਚ, ਤੇ ਇਸ ਕਰਕੇ ਉਹਨਾਂ ਨੇ ਇਹਨੂੰ ਫੈਡਰਲ ਕੋਰਟ ਦੇ ਵਿੱਚ ਜਿਹੜਾ ਚੈਲੰਜ ਕੀਤਾ 5th ਸਰਕਟ ਕੋਰਟ ਆਫ ਅਪੀਲ ਦੇ ਵਿੱਚ। ਤੇ ਜਿਹੜੀ ਗਵਰਨਮੈਂਟ ਦੇ 5th ਸਰਕਟ ਸੀ ਉਹਦਾ ਰੂਲ ਇਹ ਹੋਣਾ ਸੀ ਵੀ ਇਹਨੂੰ ਵਾਪਸ BIA ਕੋਲ ਭੇਜੋ ਤੇ ਉਹ ਦੁਬਾਰਾ ਇਸ ਐਰਰ ਨੂੰ ਆਪਣੇ ਨੂੰ ਐਡਮਿਟ ਕਰੇ ਵੀ ਮੇਰੇ ਤੋਂ ਗਲਤੀ ਹੋ ਗਈ ਆ ਤੇ ਉਹਨੂੰ ਦੁਬਾਰਾ ਉੱਤੇ ਫੈਸਲਾ ਹੋਵੇ। ਤੇ ਇਹ ਕਾਫੀ ਜ਼ਿਆਦਾ ਜਿਹੜਾ ਹੈਗਾ ਇਹ ਕੰਪਰਸਮ ਹੋਣਾ ਸੀ, ਟਾਈਮ ਲੱਗਣਾ ਸੀਗਾ। ਸੋ ਕੋਰਟ ਕੋਲੇ ਹੁੰਦਾ ਕੇਸ ਜਿਹੜਾ ਹੈਗਾ ਉਹ US ਸੁਪਰੀਮ ਕੋਰਟ ਕੋਲ ਪਹੁੰਚ ਗਿਆ। ਤੇ ਕੋਰਟ ਕੋਲ ਹੁਣ 2 ਕੁਐਸਚਨ ਸੀਗੇ ਕਿ ਪਹਿਲਾ, ਇਜ਼ ਦ ਕੋਰਟ ਆਫ ਅਪੀਲਸ ਬਾਰਡ ਫਰੋਮ ਹੀਅਰਿੰਗ ਅ ਕੇਸ ਵੈਨ ਅ ਨਾਨ ਸਿਟੀਜ਼ਨ ਫੇਲਸ ਟੂ ਟੇਕ ਆਲ ਨੈਸੈਸਰੀ ਸਟੈਪਸ ਟੂ ਰਿਜ਼ੋਲਵ ਦ ਕੇਸ ਬਿਫੋਰ ਦ BIA, ਕਿ ਕੀ ਜਿਹੜੀ ਉੱਪਰਲੀ ਕੋਰਟ ਆ ਉਹਦੇ ਕੋਲ ਕੋਈ ਪਾਵਰ ਹੈਗੀ ਆ ਅਪੀਲ ਸੁਣਨ ਦੀ ਜੇ BIA ਜਿਹੜੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਉਹਦੇ ਕੋਲ ਕੋਈ ਇਸ਼ੂ ਟੇਕਅਪ ਨਾ ਕੀਤਾ ਹੋਵੇ। ਤੇ ਦੂਜਾ, ਜਿਹੜੀ BIA ਆ ਕੀ ਉਹਦੇ ਕੋਲ ਮੋਸ਼ਨ ਟੂ ਰੀਕਨਸੀਡਰ ਜਿਹੜੀ ਆ ਉਹ ਫਾਈਲ ਕਰਨੀ ਪਏਗੀ ਕਿ ਨਹੀਂ, ਕਿ ਸਿੱਧਾ ਹੀ ਅਪੀਲ ਦੇ ਵਿੱਚ ਜਾਇਆ ਜਾ ਸਕਦਾ। ਸੋ US ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਨੇ ਕੇਤਨ ਜੀ ਬਰਾਊਨ ਜੈਕਸਨ, ਉਹਨਾਂ ਨੇ ਕਿਹਾ ਕਿ ਅਪੈਲੇਟ ਕੋਰਟ ਜਿਹੜੀ ਆ ਉਹਦੇ ਕੋਲ ਪਾਵਰ ਹੈਗੀ ਆ ਸੁਣਨ ਦੀ, ਇਹਨੂੰ BIA ਜਾਣ ਦੀ ਕੋਈ ਲੋੜ ਨਹੀਂ ਤੇ ਉਹ ਐਕਸੈਪਸ਼ਨਸ ਜਿਹੜੀ ਆ ਉਹ ਮੇਕ ਕਰ ਸਕਦੀ ਆ ਐਗਜ਼ੌਸ਼ਨ ਰਿਕੁਆਇਰਮੈਂਟ ਦੀ। ਤੇ ਇਸ ਕਰਕੇ ਸਿੱਧੀ ਅਪੀਲ ਜਿਹੜੀ ਆ ਉਹ ਫੈਡਰਲ ਕੋਰਟ 'ਚ ਕੀਤੀ ਜਾ ਸਕਦੀ ਆ, BIA ਦੇ ਵਿੱਚ ਜਾਣ ਦੀ ਮੋਸ਼ਨ ਟੂ ਰੀਕਨਸੀਡਰ ਦੀ ਲੋੜ ਨਹੀਂ। ਦੂਜੇ ਪੁਆਇੰਟ ਤੇ ਕੋਰਟ ਨੇ ਇਹ ਕਿਹਾ ਕਿ ਜਿਹੜੇ ਨਾਨ ਸਿਟੀਜ਼ਨ ਅਪੀਲਾਂ ਕਰਦੇ ਨੇ ਉਹਨਾਂ ਨੂੰ ਮੋਸ਼ਨ ਟੂ ਰੀਕਨਸੀਡਰ ਬੋਰਡ ਕੋਲ ਫਾਈਲ ਕਰਨ ਦੀ ਕੋਈ ਲੋੜ ਨਹੀਂ, ਸਿੱਧਾ ਹੀ ਫੈਡਰਲ ਕੋਰਟ ਦੇ ਵਿੱਚ ਉਹ ਜਾ ਸਕਦੇ ਆ ਕਿ ਫੈਡਰਲ ਕੋਰਟ ਨੂੰ ਐਕਸੈਪਟ ਕਰ ਸਕਦੀ ਹੈ, ਦੁਬਾਰਾ BIA ਦੇ ਵਿੱਚ ਜਾਣ ਦੀ ਕੋਈ ਲੋੜ ਨਹੀਂ, ਤਾਂ ਕਿ ਇਹਦੇ ਨਾਲ ਟਾਈਮ ਬਚਦਾ ਤੇ ਇਹਦੇ ਨਾਲ ਜਿਹੜਾ ਹੈਗਾ ਉਹ ਖਰਚਾ ਉਹਨਾਂ ਦਾ ਕਾਫੀ ਜ਼ਿਆਦਾ ਬਚਦਾ। ਇਹ ਇੱਕ ਇੰਪੋਰਟੈਂਟ ਵਿਕਟਰੀ ਆ ਉਹਨਾਂ ਬੰਦਿਆਂ ਲਈ ਜਿਹੜੇ ਕਿ ਅਪੀਲਾਂ ਕਰਦੇ ਨੇ ਆਪਣੇ ਅਸਾਈਲਮ ਦੇ ਡਿਨਾਇਲ ਕੇਸਾਂ ਦੀਆਂ, ਕਿ ਜੇ ਉਹਨਾਂ ਦਾ ਕੋਈ ਪੁਆਇੰਟ BIA ਦੇ ਵਿੱਚ ਰਹਿ ਜਾਵੇ ਤਾਂ ਉਹ ਸਿੱਧਾ ਫੈਡਰਲ ਕੋਰਟ ਜਾ ਸਕਦੇ, ਦੁਬਾਰਾ ਜਾਣ ਦੀ ਲੋੜ ਨਹੀਂ। ਥੋੜ੍ਹਾ ਜਿਹਾ ਟੈਕਨੀਕਲ ਡਿਸੀਜਨ ਆ ਤੇ ਇਹ ਜਿਹੜੇ ਵਕੀਲ ਨੇ ਸਾਡੇ, ਜਿਹੜੇ ਜਿਵੇਂ ਹੁਣ ਮੈਂ ਵਕੀਲ ਐਂਡ ਸਾਡੇ ਬਰਾਦਰੀ ਦੇ ਆ, ਉਹਨਾਂ ਵਾਸਤੇ ਇਹ ਬੜਾ ਇੰਪੋਰਟੈਂਟ ਆ, ਖਾਸ ਕਰਕੇ ਅਪੀਲਾਂ ਦੇ ਵਿੱਚ। ਪਰ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰੀ ਸੀ, ਇਸ ਕਰਕੇ ਤੁਹਾਨੂੰ ਇਹਦੇ ਬਾਰੇ ਦੱਸਿਆ ਕਿ US ਸੁਪਰੀਮ ਕੋਰਟ ਨੇ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਡਿਸੀਜਨ ਦਿੱਤਾ, ਬੜਾ ਇੰਪੋਰਟੈਂਟ ਅਪੀਲਾਂ ਦੇ ਜਿਹੜਾ ਹੈਗਾ ਉਹ ਸਿਲਸਿਲੇ ਦੇ ਵਿੱਚ, ਕਿ ਜਿਹੜੀਆਂ ਅਪੀਲਾਂ ਕੀਤੀਆਂ ਜਾਂਦੀਆਂ BIA ਦੇ ਵਿੱਚ ਜਾਂ ਗਾਂਹ ਸਰਕਟ ਕੋਰਟਾਂ ਦੇ ਵਿੱਚ ਜਦੋਂ ਅਸਾਈਲਮ ਕੇਸ ਦਾ ਡਿਨਾਈ ਹੋ ਜਾਂਦਾ ਉਹਦੇ ਤੇ ਉੱਪਰ ਇਹ ਡਿਸੀਜਨ। ਅਗਲੀ ਜਿਹੜੀ ਖਬਰ ਹੈਗੀ ਆ ਉਹ ਇਹ ਹੈਗੀ ਆ ਜੀ ਕਿ USCIS ਨੇ ਅਪਡੇਟ ਕੀਤਾ ਰਿਵਿਊ ਪ੍ਰੋਸੈਸ ਫॉर ਪ੍ਰੋਸੈਸਿੰਗ ਕਿਊਬਨਸ, ਹੇਟੀਅਨਸ, ਪੀਪਲ ਫਰਮ ਨਿਕਾਰਾਗੁਆ ਤੇ ਵੈਨਜ਼ੂਏਲਾ। ਇਹ ਜਿਹੜੇ 4 ਮੁਲਕ ਨੇ ਕਿਊਬਾ, ਹੇਟੀ, ਨਿਕਾਰਾਗੁਆ ਤੇ ਵੈਨਜ਼ੂਏਲਾ, ਇਹਨਾਂ ਨੂੰ ਜਿਹੜਾ ਉਹਨਾਂ ਨੇ ਅਪਡੇਟਡ ਰਿਵਿਊ ਕੀਤਾ ਤੇ ਉਹਨਾਂ ਨੇ ਕਿਹਾ ਫਾਰਮ I-134 ਆਨਲਾਈਨ ਰਿਕੁਐਸਟ ਜਿਹੜੀ ਆ ਉਹ ਫਾਈਲ ਕੀਤੀ ਜਾਵੇ ਇੱਥੋਂ ਕਿਸੇ ਬੰਦੇ ਵੱਲੋਂ ਜਿਹੜਾ ਇਹਨਾਂ ਦੀ ਕੋਈ ਜ਼ਿੰਮੇਵਾਰੀ ਚੱਕੇ। ਪਰ ਇਹ 4 ਮੁਲਕਾਂ 'ਚ ਹੀ ਬੰਦੇ ਹੋਣੇ ਚਾਹੀਦੇ, ਹੋਰਾਂ ਮੁਲਕਾਂ ਦੇ ਜਿਵੇਂ ਇੰਡੀਆ ਵਗੈਰਾ ਤੇ ਐਪਲੀਕੇਬਲ ਨਹੀਂ। ਤੇ ਉਹ ਜਿਹੜੀ ਆ ਉਹ ਉਹਨਾਂ ਸਾਰਾ ਖਰਚਾ ਚੱਕਣਗੇ ਤੇ ਉਹਨਾਂ ਦੀ ਜਿਹੜੀ ਇਨਕਮ ਹੈਗੀ ਆ ਤੇ ਉਹ $30,000 ਤੋਂ ਮਹੀਨੇ ਤੋਂ ਵੱਧ ਹੋਣੀ ਚਾਹੀਦੀ ਆ ਤੇ ਉਹਦੇ ਮੁਤਾਬਕ ਉਹ ਦੱਸਣ ਵੀ ਸਾਡੇ ਕੋਲ ਇਨਕਮ ਹੈਗੀ, ਅਸੀਂ ਖਰਚਾ ਇਹਨਾਂ ਦਾ ਜਿਹੜਾ ਹੈਗਾ ਉਹ ਪੇ ਕਰਨ ਨੂੰ ਤਿਆਰ ਆ। ਤਾਂ ਉਹਦੇ ਵਿੱਚ ਉਹ ਕਹਿੰਦੇ ਆ ਕਿ ਇਹ ਪ੍ਰੋਸੈਸਿੰਗ ਜਿਹੜੀ ਆ ਆਨਲਾਈਨ ਫਾਈਲ ਕਰੋ ਤੇ ਅਸੀਂ ਇਹਨੂੰ ਜਿਹੜਾ ਹੈਗਾ ਉਹ ਅਪਡੇਟ ਇਹ ਮਤਲਬ ਕਰਾਂਗੇ। ਇਹ ਇੱਕ ਇੰਪੋਰਟੈਂਟ ਨਿਊਜ਼ ਆ, ਖਾਸ ਕਰਕੇ ਉਹਨਾਂ ਬੰਦਿਆਂ ਲਈ ਜਿਹੜੇ ਕਿ ਕਿਊਬਾ, ਹੇਟੀ, ਨਿਕਾਰਾਗੁਆ ਤੇ ਵੈਨਜ਼ੂਏਲਾ ਤੋਂ ਇੱਥੇ ਆਏ। ਹੁਣ ਜਿਹੜਾ ਆਪਾਂ ਗੱਲ ਕਰੀਏ ਫਲੋਰੀਡਾ ਦੇ ਵਿੱਚ ਜਿਹੜਾ ਲਾਅ ਸੂਟ ਜਿਹਦੇ ਬਾਰੇ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਉਹ ਹੋਇਆ, ਇਹਦੇ 'ਚ ਬੇਸਿਕਲੀ ਜੱਜ ਜਿਹੜੇ ਹੈਗੇ ਉਹਦਾ ਨਾਂ ਹੈਗਾ ਜੀ ਟੀ ਕੈਂਟ ਵੈਥਰੈਲ, ਨਾਰਦਰਨ ਡਿਸਟ੍ਰਿਕਟ ਆਫ ਫਲੋਰੀਡਾ। ਇਹਨਾਂ ਨੇ ਟੈਂਪਰਰੀ ਰਿਸਟੇਨਿੰਗ ਆਰਡਰ ਜਾਰੀ ਕੀਤਾ ਸੀਗਾ USCIS ਦੇ ਮੈਮੋ ਨੂੰ ਸਟਾਪ ਕਰਨ ਵਾਸਤੇ, ਜਿਹੜਾ ਕਹਿ ਰਿਹਾ ਸੀ ਕਿ ਇਹਨਾਂ ਨੂੰ ਬੰਦਿਆਂ ਨੂੰ ਇੱਥੇ ਅਸੀਂ ਇੰਨੇ ਸਰਟਨ ਅਮਾਊਂਟ ਦੇ ਬੰਦੇ ਜਿਵੇਂ 1000 ਰੋਜ਼ ਦਾ ਉਹ ਅਸੀਂ ਅਮਰੀਕਾ ਦੇ ਵਿੱਚ ਐਂਟਰੀ ਦੇਵਾਂਗੇ। ਤੇ ਹੁਣ ਉਹ ਜੱਜ ਨੇ ਜਿਹੜਾ ਹੈਗਾ ਉਹ ਪਰਮਾਨੈਂਟ ਇੰਜੰਕਸ਼ਨ ਜਾਰੀ ਕਰ ਦਿੱਤਾ 2 ਹਫ਼ਤੇ ਬਾਅਦ, ਪਹਿਲਾਂ 2 ਵੀਕ ਦਾ ਸੀਗਾ। ਤੇ ਗਵਰਨਮੈਂਟ ਨੇ ਇਹਨੂੰ 11 ਸਰਕਟ ਕੋਰਟ ਆਫ ਅਪੀਲ, ਜਿਹੜੀ ਇਸ ਤੋਂ ਅੱਗੇ ਕੋਰਟ ਆਫ ਅਪੀਲ ਆ ਉਹਦੇ ਵਿੱਚ ਅਪੀਲ ਕਰ ਦਿੱਤਾ।
ਤੇ ਜਿਹੜਾ ਜੱਜ ਆ ਉਹਨੇ ਕਿਹਾ ਵੀ ਮੈਂ ਪਰਮਾਨੈਂਟ ਇਸ ਕਰਕੇ ਦੇ ਰਿਹਾ ਕਿ ਜਿਹੜੇ ਸਰਕਾਰ ਆਪ ਹੀ ਕਹਿ ਰਹੀ ਆ ਕਿ ਜਦੋਂ ਦਾ ਮੈਂ ਆਰਡਰ ਦਿੱਤਾ ਉਦੋਂ ਬਾਅਦ ਮਈ 14 ਤੋਂ ਬਾਅਦ ਬਹੁਤ ਘੱਟ ਬੰਦਿਆਂ ਦੀ ਜਿਹੜੀ ਅਮਰੀਕਾ ਦੇ ਵਿੱਚ ਜਿਹੜੀ ਬਾਰਡਰ ਕ੍ਰਾਸ ਕੀਤਾ ਐਜ਼ ਕੰਪੇਅਰ ਟੂ ਜਿੰਨੇ ਬੰਦੇ ਪਹਿਲਾਂ ਆ ਰਹੇ ਸੀ। ਸੋ ਇਸ ਕਰਕੇ ਉਹਨਾਂ ਨੇ ਇਹ ਜਿਹੜਾ ਪਰਮਾਨੈਂਟ ਆਰਡਰ ਜਾਰੀ ਕਰ ਦਿੱਤਾ, ਜਿਹੜਾ ਕਿ ਜ਼ਿਆਦਾ ਸੈਂਟਰਲ ਅਮਰੀਕਨ ਕੰਟਰੀਜ਼ ਦੇ ਲੋਕ ਜਿਹੜੇ ਆਉਂਦੇ ਆ, ਖਾਸ ਕਰਕੇ ਵੈਨਜ਼ੂਏਲਾ, ਹੇਟੀ, ਬ੍ਰਾਜ਼ੀਲ, ਕਿਊਬਾ, ਉਹਨਾਂ 'ਤੇ ਜ਼ਿਆਦਾ ਇਹ ਲਾਗੂ ਹੋਣ ਦੀ ਸੰਭਾਵਨਾ ਹੈ। ਸੋ ਹੁਣ ਦੇਖਣਾ ਇਹ ਆ ਕਿ ਸਰਕਾਰ ਇਹਦੇ ਵਿੱਚ ਅਪੀਲ ਜਿੱਤਦੀ ਹੈ ਕਿ ਨਹੀਂ ਜਿੱਤਦੀ। ਤੇ ਇਹਦੇ ਬਾਰੇ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਾ ਵੀ ਆਪਣੇ ਜਿਹੜੇ ਇੰਡੀਆ ਦੇ ਲੋਕ ਨੇ, ਜਿਹੜੇ ਖਾਸ ਕਰਕੇ ਪੰਜਾਬ ਵਗੈਰਾ ਤੋਂ, ਹਰਿਆਣੇ ਤੋਂ ਆਉਂਦੇ ਨੇ, ਉਹ ਇਸ ਟਾਈਟਲ 42 ਖਤਮ ਹੋਣ ਤੋਂ ਬਾਅਦ, ਜਿਹੜਾ ਕਿ 11 ਦੀ ਰਾਤ ਨੂੰ ਖਤਮ ਹੋਇਆ, 11 ਮਈ ਨੂੰ 12 ਤੋਂ ਬਾਅਦ ਉਹਨਾਂ ਨੂੰ ਐਂਟਰੀ ਮਿਲੀ ਆ ਤੇ ਬੰਦੇ ਉੱਥੋਂ ਆ ਰਹੇ ਨੇ। ਪਰ ਫਿਰ ਵੀ ਇਹਦਾ ਮਤਲਬ ਇਹ ਨਹੀਂ ਕਿ ਹਰੇਕ ਬੰਦੇ ਨੂੰ ਮਿਲੇਗੀ। ਇਹ ਹੋ ਸਕਦਾ ਵੀ ਕਿਸੇ ਨੂੰ ਰੋਕਿਆ ਵੀ ਜਾ ਸਕਦਾ ਜਾਂ ਕਿਸੇ ਦੀ ਕ੍ਰੈਡੀਬਲ ਫਿਰ ਇੰਟਰਵਿਊ ਵੀ ਕੀਤੀ ਜਾ ਸਕਦੀ ਆ। ਪਰ ਜਿਹੜੇ ਬੰਦੇ ਸਾਡੇ ਕੋਲ ਆਏ ਆ ਆਪਣਾ ਕੇਸ ਲਾਉਣ, ਉਹ ਬੰਦਿਆਂ ਨੂੰ ਉਹਨਾਂ ਨੇ ਪਹਿਲਾਂ ਜਿਹੜੀ ਪੋਸਟ ਆ, ਜਿਹਨੂੰ ਚੌਂਕੀ ਕਹਿੰਦੇ ਆ, ਉੱਥੋਂ ਹੀ ਛੱਡਤਾ। ਉਹਨਾਂ ਦੇ ਕੋਈ ਬਿਆਨ ਵਗੈਰਾ ਨਹੀਂ ਹੋਏ ਤੇ ਉਹ ਆਪਣਾ ਕੇਸ ਉਹਨਾਂ ਨੇ ਕਿਹਾ ਜਾ ਕੇ ਤੁਸੀਂ ਪ੍ਰੋਸੈਸ ਕਰੋ। ਇਹ ਟਾਈਟਲ 42 ਐਂਡ ਹੋਣ ਤੋਂ ਬਾਅਦ ਐਂਟਰ ਹੋਏ ਆ। ਇਸ ਤੋਂ ਇਲਾਵਾ ਹੁਣ ਖਬਰ ਹੈਗੀ ਜੀ ਸਿਟੀਜ਼ਨਸ਼ਿਪ ਦੇ ਕੇਸਾਂ ਦੀ। ਸਿਟੀਜ਼ਨਸ਼ਿਪ ਦੇ ਜਿਹੜੇ ਕੇਸ ਨੇ ਉਹਨਾਂ ਦੇ ਵਿੱਚ ਜਿਵੇਂ ਮੈਂ ਦੱਸਿਆ ਸੀ ਵੀ N648 ਜਿਹੜਾ ਡਾਕਟਰ ਦਾ ਫਾਰਮ ਲਾ ਕੇ ਆਪਾਂ ਕਰਦੇ ਹਾਂ, ਉਹਦੇ 'ਚ ਗ੍ਰਾਂਟ ਹੋਣ ਦੇ ਕੇਸ ਜਾਰੀ ਨੇ। 2 ਡੇਟਾਂ ਸਾਡੀਆਂ ਅੱਜ ਸੀਗੀਆਂ, ਦੋਨੇ ਕੇਸ ਪਾਸ ਹੋਏ ਆ। ਤੇ ਉਹਨਾਂ ਨੇ ਜਿਹੜਾ ਡਾਕਟਰ ਸੀਗਾ ਉਹਨੇ ਫਾਰਮ N648 'ਤੇ ਸਰਟੀਫਾਈ ਕੀਤਾ ਸੀ ਵੀ ਇੰਗਲਿਸ਼ ਨਹੀਂ ਸਿੱਖ ਸਕਦੇ, ਤੇ ਉਹ ਉਹਨਾਂ ਨੇ ਮੰਨ ਕੇ ਉਹਨਾਂ ਨੂੰ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਗ੍ਰਾਂਟ ਕੀਤੀ ਆ। ਸੋ ਉਹ ਹੁਣ ਜਿਹੜਾ ਪ੍ਰੋਸੈਸ ਆ ਉਹ ਹੋ ਰਿਹਾ। ਅਸੈਲਮ ਦੇ ਕੇਸ ਆਪਣੇ 3 ਪਾਸ ਹੋਏ ਆ ਜੀ। ਇਹਨਾਂ ਵਿੱਚੋਂ 2 ਕੈਲੀਫੋਰਨੀਆ, 1 ਨਿਊਯਾਰਕ, ਇਹ ਪਿਛਲੇ ਹਫਤੇ ਹੋਏ ਆ। ਰੀਲੋਕੇਸ਼ਨ ਦਾ ਇਸ਼ੂ ਉੱਠਿਆ ਸੀ, ਲੇਕਿਨ ਉਹਦੇ ਵਿੱਚ ਜਿਹੜੀ ਇੱਥੋਂ ਦੀ ਐਕਟੀਵਿਟੀ ਸੀ ਅਮਰੀਕਾ ਦੇ ਬੰਦੇ ਦੀ, ਜਿਵੇਂ ਇੱਥੇ ਜਿਹੜੇ ਲੋਕਾਂ ਨੇ ਪਾਰਟੀਸਪੇਟ ਕੀਤਾ ਸੀ, ਉਹ ਅਸੀਂ ਅੱਗੇ ਰੱਖ ਕੇ ਜਾਂ ਹਾਲਾਤ ਉੱਥੋਂ ਦੇ ਦਿਖਾ ਕੇ ਤੇ ਉਹਨੂੰ ਓਵਰਕਮ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਕਾਮਯਾਬ ਹੋਈ। ਸੋ ਜਿਨ੍ਹਾਂ ਦੇ ਵੀ ਸਿਟੀਜ਼ਨਸ਼ਿਪ ਦੇ ਕੇਸ ਪਾਸ ਹੋਏ ਤੇ ਅਸੈਲਮ ਦੇ ਕੇਸ ਪਾਸ ਹੋਏ, ਉਹਨਾਂ ਨੂੰ ਬਹੁਤ ਬਹੁਤ ਵਧਾਈ। ਨਾ ਅਸੀਂ ਸਿਕਿਉਰਿਟੀ ਰੀਜ਼ਨ ਕਰਕੇ ਜਾਂ ਅਟਰਨੀ ਕਲਾਇੰਟ ਪ੍ਰਿਵਿਲੇਜ ਕਰਕੇ ਰਿਲੀਜ਼ ਨਹੀਂ ਕਰਦੇ, ਕਿਉਂਕਿ ਉਹ ਬਿਟਵੀਨ ਸਾਡੇ ਤੇ ਕਲਾਇੰਟ ਤੇ ਗਵਰਨਮੈਂਟ ਦੇ ਵਿੱਚ ਉਹਦੀ ਜਿਹੜੀ ਹੁੰਦੀ ਹੈ ਇਨਫੋਰਮੇਸ਼ਨ ਹੁੰਦੀ ਹੈ, ਅਸੀਂ ਰਿਲੀਜ਼ ਨਹੀਂ ਕਰ ਸਕਦੇ। ਪਰ ਫਿਰ ਵੀ ਤੁਹਾਨੂੰ ਦੱਸ ਰਹੇ ਹਾਂ ਵੀ ਆਹ ਕੇਸ ਆਪਣੇ ਜਿਹੜੇ ਹੈਗੇ ਪਾਸ ਹੋਏ ਆ, ਤੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਸਟਾਫ ਵੱਲੋਂ ਬਹੁਤ ਬਹੁਤ ਵਧਾਈ। ਸੋ ਇਹ ਸੀ ਜੀ ਇੰਪੋਰਟੈਂਟ ਖਬਰਾਂ। ਤੇ ਹੁਣ ਆਪਣਾ ਸਮਾਂ ਹੋ ਗਿਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ। ਸਾਰਿਆਂ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਜੀ, ਉਹ ਕਹਿ ਰਹੇ ਆ ਕਿ ਕਿ ਮੇਰੇ ਭਰਾ ਦਾ ਇੱਥੇ ਕ੍ਰਿਮੀਨਲ ਰੈਕਡ ਸੀਗਾ, ਉਹ ਇੱਥੇ ਅਮਰੀਕਾ ਦੇ ਵਿੱਚ ਸਟੱਡੀ ਵੀਜ਼ੇ 'ਤੇ ਸੀਗਾ, ਉਦੋਂ ਬਾਅਦ ਉਹਨੂੰ ਗ੍ਰੇਸ ਮਿਲਿਆ ਪੀਰੀਅਡ, ਫਿਰ ਉਹਨੇ ਜੇਲ੍ਹ ਕੱਟੀ ਤੇ ਉਸ ਤੋਂ ਬਾਅਦ ਅਮਰੀਕਾ 14 ਤੋਂ ਬਾਅਦ ਚਲ ਗਿਆ ਤੇ ਉਹਦਾ ਜਿਹੜਾ ਟੂਰਿਸਟ ਵੀਜ਼ਾ ਵੀ ਡਿਨਾਈ ਹੋਇਆ। ਹਾਂਜੀ, ਜੇ ਤੁਹਾਡਾ ਕ੍ਰਿਮੀਨਲ ਰੈਕਡ ਹੈਗਾ, ਟੂਰਿਸਟ ਵੀਜ਼ਾ ਡਿਨਾਈ ਹੋ ਸਕਦਾ, ਇਹਦੇ 'ਚ ਪ੍ਰੋਬਲਮ ਆ ਸਕਦੀ ਹੈ, ਕਾਫੀ ਲੋਕਾਂ ਨੂੰ ਆਈ ਆ। ਸੋ ਇਸ ਕਰਕੇ ਇਹਦੇ ਵਿੱਚ ਆਪਾਂ ਜਿਹੜਾ ਸ਼ੋਰਟੀ ਨਾਲ ਨਹੀਂ ਕਹਿ ਸਕਦੇ ਕਿ ਕੀ ਜਿਹੜਾ ਹੈਗਾ ਉਹ ਦੁਬਾਰਾ ਵੀਜ਼ਾ ਮਿਲੂਗਾ ਕਿ ਨਹੀਂ ਮਿਲੂਗਾ। ਤੁਸੀਂ ਟਰਾਈ ਕਰ ਸਕਦੇ ਹੋ, ਪਰ ਚਾਂਸ ਬਹੁਤ ਘੱਟ ਨੇ। ਅਗਲਾ ਸਵਾਲ ਹੈ ਜੀ ਕਿ ਕੀ ਜਿਹੜੇ ਨਵੇਂ ਰੂਲ ਨੇ ਅੰਡਰ 18 'ਤੇ ਅਪਲਾਈ ਹੋ ਰਹੇ ਨੇ। ਐਕਸੈਪਸ਼ਨ ਹੈਗੀ ਹੈ ਜੀ 18 ਸਾਲ ਤੋਂ ਘੱਟ ਬੰਦਿਆਂ ਲਈ, ਤੇ ਜਿਹੜੀਆਂ ਫੈਮਲੀਜ਼ ਬੱਚਿਆਂ ਨਾਲ ਆਉਂਦੀਆਂ ਹਸਬੈਂਡ ਵਾਈਫ, ਉਹਨਾਂ ਨੂੰ ਐਂਟਰੀ ਮਿਲ ਰਹੀ ਆ। ਮੈਂ ਦੱਸ ਕੇ ਹਟਿਆ ਕਿ ਜਿਹੜੇ 21 ਸਾਲ ਤੋਂ ਉੱਪਰ ਵੀ ਆਏ ਆ ਆਪਣੇ ਪੰਜਾਬ ਤੋਂ, ਉਹਨਾਂ ਨੂੰ ਵੀ ਐਂਟਰੀ ਹੁਣ ਪਿਛਲੇ ਦਿਨਾਂ ਦੇ ਵਿੱਚ ਮਿਲੀ ਆ। ਅਗਲਾ ਸਵਾਲ ਹੈ ਜੀ ਕਿ ਜਿਹੜਾ ਫਲੋਰੀਡਾ ਦਾ ਨਵਾਂ ਸਟੇਟ ਰੂਲ ਲਾਗੂ ਹੋਇਆ, ਉਹਦੇ ਬਾਰੇ ਕੀ ਆ। ਉਹ ਤਾਂ ਜਿਹੜਾ ਸਟੇਟ ਰੂਲ ਆ ਉਹਦਾ ਬਾਕੀ ਕੰਟਰੀ ਨਾਲ ਕੋਈ ਲੈਣਾ ਦੇਣਾ ਨਹੀਂ, ਤੇ ਜਿਹੜੇ ਜ਼ਿਆਦਾ ਆਪਣੇ ਬੰਦੇ ਹੈਗੇ ਆ ਫਲੋਰੀਡਾ ਦੀ ਬਜਾਏ ਹੋਰਾਂ ਸਟੇਟਾਂ ਜ਼ਿਆਦਾ ਰਹਿੰਦੇ ਆ, ਨਿਊਯਾਰਕ, ਕੈਲੀਫੋਰਨੀਆ ਵਗੈਰਾ ਜਾਂ ਸ਼ਿਕਾਗੋ ਜਾਂ ਜਿਹੜੀ ਵਾਸ਼ਿੰਗਟਨ, ਇੰਡੀਆਨਾ, ਉਹਨਾਂ ਦੇ ਵਿੱਚ ਉਹ ਰੂਲ ਲਾਗੂ ਨਹੀਂ ਹੁੰਦਾ। ਅਗਲਾ ਸਵਾਲ ਜੀ ਕਿ ਮੇਰੇ ਹਸਬੈਂਡ ਨੇ ਫਾਈਲ ਕੀਤਾ ਸੀ I-130 ਮੇਰੇ ਬੇਟੇ ਲਈ, ਤੇ 2012 'ਚ ਗ੍ਰੀਨ ਕਾਰਡ, ਤੇ ਉਦੋਂ ਮੇਰਾ ਸਨ ਅਨਮੈਰਿਡ ਸੀਗਾ, ਉਹਦਾ ਕੇਸ ਅਪਰੂਵ ਹੋ ਗਿਆ ਤੇ 15 ਦੇ ਵਿੱਚ ਵਿਆਹ ਹੋ ਕੇ NVC ਦੇ ਵਿੱਚ 2019 ਦੇ ਵਿੱਚ ਉਹ ਕੇਸ ਚਲਿਆ ਗਿਆ। ਵੀਜ਼ਾ ਫੀ ਅਸੀਂ ਪੇ ਕਰਤੀ ਤੇ ਉਹਨਾਂ ਨੇ ਮਤਲਬ ਸਾਨੂੰ ਕਿਹਾ ਵੀ ਮੋਸ਼ਨ ਟੂ ਰੀਓਪਨ 290B 'ਤੇ ਫਾਈਲ ਕਰੋ। ਇਹ ਦੇਖਣਾ ਪੈਣਾ ਜੀ ਉਹਨਾਂ ਨੇ ਕਿਉਂ ਡਿਨਾਈ ਕੀਤਾ, ਕਿਉਂਕਿ ਮੋਸ਼ਨ ਟੂ ਰੀਓਪਨ ਤਾਂ ਡਿਨਾਈ ਤੋਂ ਬਾਅਦ ਹੁੰਦੀ ਆ। ਜੇ ਡਿਨਾਈਲ ਦੇ ਰੀਜ਼ਨ ਪਤਾ ਲੱਗ ਜਾਣ ਫਿਰ ਆਪਾਂ ਦੱਸ ਸਕਦੇ ਹਾਂ ਵੀ ਕੀ ਕਾਰਨ ਹੈ ਤੇ ਕੀ ਇਹਦੇ 'ਚ ਅੱਗੇ ਹੋ ਸਕਦਾ। ਅਗਲਾ ਸਵਾਲ ਹੈ ਜੀ ਕਿ ਅੰਡਰ ਏਜ ਬਾਰੇ ਦੱਸੋ ਕਿ ਕੀ ਕਰ ਸਕਦੇ। ਦੇਖੋ, ਜਿਹੜਾ ਅੰਡਰ ਏਜ 'ਤੇ ਇੱਥੇ ਆਉਂਦਾ ਉਹਦੇ ਕੋਲ 2 ਆਪਸ਼ਨਸ ਹੁੰਦੀਆਂ ਨੇ। ਇੱਕ ਤਾਂ ਉਹ ਪੋਲੀਟੀਕਲ ਅਸਾਈਲਮ ਦਾ ਕੇਸ ਤਾਂ ਕਰ ਹੀ ਸਕਦਾ, ਉਹਦੇ ਨਾਲ ਉਹ ਗਾਰਡੀਅਨਸ਼ਿਪ ਦਾ ਕੇਸ ਕਰ ਸਕਦਾ। ਗਾਰਡੀਅਨਸ਼ਿਪ ਦਾ ਮਤਲਬ ਹੁੰਦਾ ਕਿ ਕੋਈ ਵੀ US ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਉਹਦਾ ਗਾਰਡੀਅਨ ਬਣ ਜਾਵੇ। ਇਹਦੇ 2 ਰਿਲੀਵਸ ਹੁੰਦੀਆਂ ਨੇ, ਇੱਕ ਗਾਰਡੀਅਨਸ਼ਿਪ ਤੇ ਇੱਕ ਹੁੰਦੀ ਹੈ SIJ, ਸਪੈਸ਼ਲ ਇਮੀਗ੍ਰੈਂਟ ਜੁਵਨਾਈਲ ਸਟੇਟਸ। ਇਹ ਦੋਵਾਂ ਦੇ ਅੰਦਰ
ਉਹਦੀ ਪਹਿਲਾਂ ਲੋਕਲ ਜਿਹੜੀ ਕੋਰਟ ਆ ਸੁਪੀਰੀਅਰ ਕੋਰਟ ਜਿਹਨੂੰ ਪ੍ਰਾਈਵੇਟ ਕੋਰਟ ਕਹਿੰਦੇ ਆ ਉੱਥੇ ਕੇਸ ਫਾਈਲ ਹੁੰਦਾ। ਜਦੋਂ ਅਪਰੂਵ ਕਰ ਦੇਣ ਫਿਰ ਇਮੀਗ੍ਰੇਸ਼ਨ 'ਚ I-360 ਪਟੀਸ਼ਨ ਤੇ I-485 ਗ੍ਰੀਨ ਕਾਰਡ ਦੀ ਐਪਲੀਕੇਸ਼ਨ ਲੱਗਦੀ ਆ। ਉਹਦੇ 'ਚ ਵੀ ਜਿਹੜਾ ਹੈਗਾ ਉਹ ਗ੍ਰੀਨ ਕਾਰਡ ਮਿਲ ਸਕਦਾ। ਕੈਲੀਫੋਰਨੀਆ, ਨਿਊਯਾਰਕ ਵਗੈਰਾ ਸਟੇਟਾਂ ਜਿਹੜੀ ਉਮਰ 21 ਸਾਲ ਤੋਂ ਘੱਟ ਹੈ, ਜੇ 21 ਸਾਲ ਤੋਂ ਘੱਟ ਕਿਸੇ ਦੀ ਉਮਰ ਉਹਨੇ ਸੈਲਮ ਵਗੈਰਾ ਲਾਇਆ ਤੇ ਉਹ ਬੰਦਾ ਗਾਰਡੀਅਨਸ਼ਿਪ ਵੀ ਅਪਲਾਈ ਕਰ ਸਕਦਾ, ਚਾਹੇ ਉਹਦੀ ਐਂਟਰੀ ਬਾਰਡਰ ਕ੍ਰੋਸ ਕਰਕੇ ਆ ਚਾਹੇ ਲੀਗਲ ਹੈ। ਸੋ ਗਾਰਡੀਅਨਸ਼ਿਪ ਦਾ ਕੇਸ ਜਿਹੜਾ ਉਹ ਨਾਲ ਦੀ ਨਾਲ ਅੰਡਰਏਜ ਬੰਦੇ ਦੇ ਅਪਲਾਈ ਕੀਤਾ ਜਾ ਸਕਦਾ ਤੇ ਉਹ ਸੈਲਮ ਦਾ ਕੇਸ ਵੀ ਕਰ ਸਕਦਾ ਅਪਲਾਈ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜੇ ਕੋਈ ਅਮਰੀਕਨ ਸਿਟੀਜ਼ਨਸ਼ਿਪ ਵਾਲੀ ਲੜਕੀ ਇੰਡੀਆ ਲੜਕੇ ਨਾਲ ਜਾ ਕੇ ਵਿਆਹ ਕਰੇ ਤੇ ਅਮਰੀਕਾ ਜਿਹੜੀ ਮਤਲਬ ਕੋਰਟ ਮੈਰਿਜ ਹੈਗੀ ਆ ਉਹ ਕਿਤੇ ਹੋਰ ਵੀ ਅਸੀਂ ਕਰ ਸਕਦੇ ਹਾਂ ਕਿ ਇੰਡੀਆ 'ਚ ਹੀ ਕਰਨੀ ਪੈਣੀ ਆ। ਇਹ ਡਿਪੈਂਡ ਕਰੇਗਾ ਜੀ, ਕੋਰਟ ਮੈਰਿਜ ਕਿਤੇ ਵੀ ਹੋ ਸਕਦੀ ਆ। ਜੇ ਤੁਸੀਂ ਕਿਸੇ ਹੋਰ ਕੰਟਰੀ 'ਚ ਕਰਦੇ ਆ, ਜੇ ਉੱਥੋਂ ਦੇ ਲਾ ਥੱਲੇ ਉਹ ਕੋਰਟ ਮੈਰਿਜ ਵੈਲਿਡ ਆ ਤਾਂ ਉਹ ਅਮਰੀਕਨ ਸਰਕਾਰ ਮੰਨਦੀ ਆ, ਤੁਸੀਂ ਆ ਕੇ ਉਹ ਇੱਥੋਂ ਦਾ ਕੇਸ ਅਪਲਾਈ ਕਰ ਸਕਦਾ ਵਿਆਹ ਦਾ। ਅਗਲਾ ਸਵਾਲ ਹੈ ਜੀ ਕਿ ਮੈਂ ਅੰਡਰਏਜ ਆ, ਮੈਂ ਅਮਰੀਕਾ ਆਉਣਾ ਅਤੇ ਕੀ ਮੈਨੂੰ ਆਂਟੀ ਅਡੋਪਟ ਕਰ ਸਕਦੀ ਆ? ਮੈਂ ਦੱਸ ਕੇ ਹਟਿਆ ਜੀ ਇਹ ਗਾਰਡੀਅਨਸ਼ਿਪ ਦਾ ਕੇਸ ਹੁੰਦਾ, ਅਡੋਪਸ਼ਨ ਦਾ ਨਹੀਂ ਹੁੰਦਾ। ਜੇ ਤੁਹਾਡੀ ਉਮਰ ਜਿਹੜੀ ਘੱਟ ਹੈ 21 ਸਾਲ ਤੋਂ ਘੱਟ ਹੈ, ਖਾਸ ਕਰਕੇ ਇਹਨਾਂ ਸਟੇਟਾਂ 'ਚ ਕੈਲੀਫੋਰਨੀਆ, ਨਿਊਯਾਰਕ, ਪਰ ਕਈ ਸਟੇਟਾਂ 'ਚ ਉਮਰ ਦੀ ਜਿਹੜੀ ਲਿਮਿਟ 18 ਵੀ ਹੈਗੀ ਆ, ਪਰ ਇਹਨਾਂ 'ਚ 21 ਆ। ਜੇ ਤੋਂ ਘੱਟ ਹੈ ਤਾਂ ਤੁਹਾਨੂੰ ਕੋਈ ਜੇ ਤੁਹਾਡਾ ਗਾਰਡੀਅਨ ਬਣ ਜਾਵੇ ਤਾਂ ਉਹਦੇ ਬੇਸ 'ਤੇ ਤੁਹਾਨੂੰ ਗ੍ਰੀਨ ਕਾਰਡ ਜਿਹੜਾ ਉਹ ਮਿਲ ਸਕਦਾ। ਅਗਲਾ ਸਵਾਲ ਹੈ ਜੀ ਕਿ ਮੇਰੇ ਬੇਟੇ ਨੇ ਵਿਆਹ ਕਰਾਇਆ ਸੀ ਇੰਡੀਆ ਅਤੇ ਉਹ ਇੱਥੇ ਪੈਦਾ ਹੋਇਆ ਅਤੇ ਉਹਦਾ ਵਿਆਹ 2022 ਨਵੰਬਰ 'ਚ ਹੋਇਆ। ਕਿੰਨੀ ਕੁ ਵੇਟ ਆ ਇਹ 'ਚ? ਅੱਜ ਕੱਲ੍ਹ 1.5 ਤੋਂ 2 ਸਾਲ ਦੀ ਵੇਟ ਆ ਜੀ। ਸੋ 2 ਸਾਲ ਤੋਂ ਵੱਧ ਟਾਈਮ ਵੀ ਲੱਗ ਸਕਦਾ, 1.5 ਤੋਂ 2 ਸਾਲ ਤੱਕ ਘੱਟੋ ਘੱਟ ਵੇਟ ਹੈਗੀ ਆ। ਅਗਲਾ ਸਵਾਲ ਹੈ ਜੀ ਕਿ ਜਿਨ੍ਹਾਂ ਦੇ 2015 ਦੇ ਸੈਲਮ ਦੇ ਕੇਸ ਲੱਗੇ ਆ ਉਹਨਾਂ ਦੀ ਇੰਟਰਵਿਊ ਕਦੋਂ ਆਏਗੀ? ਅਜੇ ਨਹੀਂ ਆ ਰਹੀਆਂ ਇੰਟਰਵਿਊਜ਼ ਕਿਉਂਕਿ ਇਹਨਾਂ ਕੋਲ ਰਿਸੋਰਸਿਸ ਨਹੀਂ ਹੈਗੇ, ਪਰ ਇਹ ਬੰਦੇ ਜਾ ਕੇ ਜਿਹੜਾ ਇਮੀਗ੍ਰੇਸ਼ਨ ਦੇ ਆਫਿਸ ਨੇ ਉਹਨਾਂ ਦੇ ਵਿੱਚ ਇਨਕੁਆਇਰੀ ਪਾ ਸਕਦੇ ਆ। ਹੁਣ ਕਈ ਦਫ਼ਤਰਾਂ ਜਿਵੇਂ ਕੈਲੀਫੋਰਨੀਆ ਵਗੈਰਾ ਇਨਕੁਆਇਰੀ ਫਰਾਈਡੇ ਵਾਲੇ ਦਿਨ ਹੁੰਦੀ ਆ, ਉੱਥੇ ਜਾ ਕੇ ਤੁਸੀਂ ਉਹਨੂੰ ਰਿਕੁਐਸਟ ਕਰੋ ਕਿ ਸਾਨੂੰ ਇੰਟਰਵਿਊ ਡੇਟ ਦਿਓ, ਤੁਹਾਨੂੰ ਉਹ ਸ਼ਾਰਟ ਲਿਸਟ ਪਾਉਣਗੇ ਅਤੇ ਫਿਰ ਤੁਸੀਂ ਇਹਨੂੰ ਫੋਲੋ ਅਪ 2-3 ਮਹੀਨੇ ਬਾਅਦ ਜਾ ਕੇ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਅਸੈਲਮ ਦੇ 5 ਗਰਾਊਂਡਾਂ ਬਾਰੇ ਦੱਸੋ। ਮੈਂ ਇਹਦੇ ਬਾਰੇ ਡਿਟੇਲ ਵੀਡੀਓ ਬਣਾ ਚੁੱਕਾ ਜੀ, ਇੱਕ ਵੀਡੀਓ ਫੇਰ ਬਣਾ ਦਿਆਂਗਾ। ਜਿਹੜੇ 5 ਗਰਾਊਂਡ ਨੇ ਅਸੈਲਮ ਦੇ, ਇਹਦੇ ਬਾਰੇ ਮੈਂ ਜਿਹੜੀ ਡਿਟੇਲ ਦੇ ਵਿੱਚ ਵੀਡੀਓ ਬਣਾਈ ਸੀ। ਇਹਨਾਂ ਵਿੱਚ ਹੈਗਾ ਜੀ ਰਿਲੀਜਨ, ਪੋਲੀਟੀਕਲ ਓਪੀਨੀਅਨ, ਮੈਂਬਰਸ਼ਿਪ ਇਨ ਏ ਪਰਟੀਕੂਲਰ ਸੋਸ਼ਲ ਗਰੁੱਪ, ਨੈਸ਼ਨੈਲਿਟੀ, ਰੇਸ, ਇਸ ਕਿਸਮ ਦੇ ਗਰਾਊਂਡ ਨੇ। ਇਹਦੇ ਬਾਰੇ ਮੈਂ ਡਿਟੇਲ ਤੁਹਾਨੂੰ ਬਣਾ ਚੁੱਕਾ, ਮੈਂ ਇੱਕ ਵਾਰੀ ਫੇਰ ਬਣਾ ਦਿਆਂਗਾ। ਅਗਲਾ ਸਵਾਲ ਹੈ ਜੀ ਕਿ ਟੂਰਿਸਟ ਵੀਜ਼ਾ ਜਿਹੜਾ ਹੈਗਾ ਕੀ ਉਹ ਕੋਈ ਸਟੇਟਸ ਲੈ ਸਕਦਾ? ਨਹੀਂ, ਉਹ ਆਪਣੇ ਆਪ ਸਟੇਟਸ ਨਹੀਂ ਲੈ ਸਕਦਾ। ਇੱਥੇ ਮਤਲਬ ਉਹਦਾ ਬੇਸਿਸ ਇਹ ਹੁੰਦਾ ਵੀ ਉਹਨੇ ਘੁੰਮ ਫਿਰ ਕੇ ਵਾਪਸ ਚਲਾ ਜਾਣਾ। ਪਰ ਕਈ ਲੋਕ ਜਿਹੜੇ ਆਉਂਦੇ ਆ ਟੂਰਿਸਟ ਵੀਜ਼ੇ 'ਤੇ ਉਹ ਕਈ ਵਾਰੀ ਸਿਟੀਜ਼ਨ ਨਾਲ ਵਿਆਹ ਕਰ ਲੈਂਦੇ ਆ ਅਮਰੀਕਾ ਦੇ ਵਿੱਚ ਜਾਂ ਸੈਲਮ ਵਗੈਰਾ ਕਰ ਦਿੰਦੇ ਆ, ਲੇਕਿਨ ਉਹਦੇ ਵਾਸਤੇ ਉਹ ਤਾਂ ਹੀ ਕਰਨ ਜੇ ਵਿਆਹ ਸੱਚਾ ਆ ਜਾਂ ਸੈਲਮ ਦੇ ਗਰਾਊਂਡਾਂ 'ਚ ਉਹਨਾਂ ਦਾ ਕੇਸ ਆਉਂਦਾ 5 ਗਰਾਊਂਡਾਂ 'ਚ। ਅਦਰਵਾਈਜ਼ ਐਵੇਂ ਰਹਿਣ ਵਾਸਤੇ ਨਹੀਂ ਕਰਨਾ ਚਾਹੀਦਾ। ਪਰ ਐਜ਼ ਆਫ ਜੇ ਅਸੀਂ ਕੋਈ ਵੀ ਕਿਸੇ ਕੋਲ ਵਿਜ਼ਟਰ ਵੀਜ਼ਾ ਹੈਗਾ ਤਾਂ ਇੱਥੇ ਆ ਕੇ ਕੰਮ ਕਰੂ ਜਾਂ ਇੱਦਾਂ ਦੀ ਕੋਈ ਗੱਲ ਨਹੀਂ। ਅਮਰੀਕਾ ਦੇ ਵਿੱਚ ਵਿਜ਼ਟਰ ਵੀਜ਼ੇ 'ਤੇ ਬੰਦਾ ਆ ਸਕਦਾ, ਘੁੰਮ ਫਿਰ ਸਕਦਾ, ਪਰ ਕੰਮ ਨਹੀਂ ਕਰ ਸਕਦਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਫੈਮਿਲੀ ਕੋਲ ਬੱਚਾ ਨਾ ਹੋਵੇ ਤਾਂ ਉਹ ਕੀ ਕਰ ਸਕਦਾ? ਉਹ ਜਾ ਕੇ ਅਡੋਪਟ ਕਰ ਸਕਦੇ? ਹਾਂਜੀ, ਅਡੋਪਟ ਕਰ ਸਕਦੇ ਆ, ਪਰ ਇੰਡੀਆ 'ਚ ਲਾ ਆ ਵੀ 16 ਸਾਲ ਤੋਂ ਘੱਟ ਬੱਚੇ ਦੀ ਉਮਰ ਚਾਹੀਦੀ ਹੈ। 2 ਸਾਲ ਬੱਚੇ ਦੇ ਕੋਲ ਰਹਿਣਾ ਪੈਂਦਾ ਫਿਜ਼ੀਕਲੀ, ਉਹ ਰਹਿ ਕੇ ਤੁਸੀਂ ਇੱਥੇ ਆ ਕੇ ਅਪਲਾਈ ਕਰ ਸਕਦੇ ਹੋ ਅਤੇ 2 ਸਾਲ ਰਹੇ ਬਿਨਾਂ ਤੁਸੀਂ ਅਪਲਾਈ ਨਹੀਂ ਕਰ ਸਕਦੇ। ਅਗਲਾ ਸਵਾਲ ਹੈ ਜੀ ਮੇਰਾ ਸੈਲਮ ਦਾ ਵਰਕ ਪਰਮਿਟ ਕੀਤਾ ਪਰ ਮੇਰੇ ਬਾਇਓਮੈਟ੍ਰਿਕ ਅਜੇ ਤੱਕ ਪੈਂਡਿੰਗ ਆ, ਵਰਕ ਪਰਮਿਟ ਅਪਰੂਵ ਜਾਏਗਾ ਕਿ ਨਹੀਂ? ਇਹ ਡਿਪੈਂਡ ਕਰਦਾ ਜੀ। ਜੇ ਤੁਹਾਡਾ ਕੋਰਟ 'ਚ ਕੇਸ ਚੱਲਦਾ, ਤੁਹਾਡੀ ਜਿਹੜੀ ਹੈਗੀ ਕਲੌਕ ਚੱਲ ਰਿਹਾ ਕੋਰਟ 'ਚ, ਫਿਰ ਬਾਇਓਮੈਟ੍ਰਿਕ ਨਹੀਂ ਹੈਗੇ ਤਾਂ ਵਰਕ ਪਰਮਿਟ ਮਿਲ ਜੂ, ਕਿਉਂਕਿ ਜਿਹੜੇ ਕੋਰਟ ਦੇ ਬਾਇਓਮੈਟ੍ਰਿਕ ਆ ਉੱਥੇ ਬਹੁਤ ਜ਼ਿਆਦਾ ਡਿਲੇ ਆ, 8 ਤੋਂ 10 ਮਹੀਨੇ ਦੀ ਡਿਲੇ ਆ। ਪਰ ਜੇ UCI ਤੁਹਾਡਾ ਕੇਸ ਸੈਲਮ ਦੇ ਵਿੱਚ ਚੱਲਦਾ USCIS ਵਿੱਚ, ਉਹ 'ਚ ਬਾਇਓਮੈਟ੍ਰਿਕ ਹੋਣੇ ਚਾਹੀਦੇ ਆ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜਾ ਮੇਰੇ ਵੱਡੇ ਭਾਈ ਸਾਹਿਬ ਨਿਊਯਾਰਕ ਵਿੱਚ ਰਹਿੰਦੇ ਹਨ, ਉਹਨਾਂ ਕੋਲ ਵੀ ਪੇਪਰ ਪਾਸਪੋਰਟ ਵੀ ਨਹੀਂ, ਉਹਨਾਂ ਦੇ ਪੱਕੇ ਤੌਰ 'ਤੇ ਇੰਡੀਆ ਵਾਲਾ ਕੀ ਕਰਨ? ਉਹ ਐਮਬੈਸੀ ਨਾਲ ਕੰਟੈਕਟ ਕਰ ਸਕਦੇ ਆ ਜੀ, ਜਿਹੜੀ ਉੱਥੇ ਕਾਉਂਸਲੇਟ ਹੈਗੀ ਆ ਇੰਡੀਅਨ ਕਾਉਂਸਲੇਟ, ਉਹਨਾਂ ਨੂੰ ਕਹਿਣ ਮੈਂ ਪੱਕਾ ਜਾਣਾ ਅਤੇ ਉਹ ਉਹਨਾਂ ਨੂੰ 1 ਟਾਈਮ ਪਾਸਪੋਰਟ ਜਾਂ ਜਾਣ ਵਾਸਤੇ ਟਰੈਵਲ ਡਾਕੂਮੈਂਟ ਵਗੈਰਾ ਦੇ ਸਕਦੇ ਆ, ਉਹਦੀ ਬੇਸ 'ਤੇ ਉਹ ਜਾ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਜਿਹੜੇ 18-19 ਸਾਲ ਦੇ ਆਉਂਦੇ ਆ ਉਹਨਾਂ ਦਾ ਕੀ ਸਟੇਟਸ ਆ? ਦੇਖੋ, ਜਿਹੜੇ ਬੰਦੇ ਇੱਥੇ ਇਸ ਉਮਰ 'ਚ ਆ ਰਹੇ ਆ ਉਹ ਸੈਲਮ ਵੀ ਕਰ ਸਕਦੇ ਆ, ਗਾਰਡੀਅਨਸ਼ਿਪ ਵੀ ਕਰ ਸਕਦੇ। ਜਿਵੇਂ ਦੱਸ ਕੇ ਹਟਿਆ ਕਿ ਜੇ 21 ਸਾਲ ਤੋਂ ਘੱਟ, ਖਾਸ ਕਰਕੇ ਜੇ ਕੈਲੀਫੋਰਨੀਆ, ਨਿਊਯਾਰਕ ਵਰਗੀਆਂ ਸਟੇਟਾਂ 'ਚ ਹੈਗੇ ਆ ਤਾਂ ਕੋਈ ਇਹਨਾਂ ਦਾ ਗਾਰਡੀਅਨ ਬਣ ਜਾਂਦਾ, ਉੱਥੇ ਇਹਨਾਂ ਨੂੰ ਗ੍ਰੀਨ ਕਾਰਡ ਜਿਹੜਾ ਉਹ ਮਿਲ ਸਕਦਾ। ਅਗਲਾ ਸਵਾਲ ਹੈ ਜੀ ਕਿ ਵਿਜ਼ਟਰ ਵੀਜ਼ੇ 'ਤੇ ਬੰਦਾ ਅਮਰੀਕਾ 'ਚ ਕੰਮ ਕਰ ਸਕਦਾ? ਨਹੀਂ ਕਰ ਸਕਦਾ ਜੀ, ਉਹ ਇੱਥੇ ਆ ਕੇ ਘੁੰਮ ਫਿਰ ਸਕਦਾ ਪਰ ਕੰਮ ਜਿਹੜਾ ਉਹ ਨਹੀਂ ਕਰ ਸਕਦਾ। ਅਗਲਾ ਸਵਾਲ ਹੈ ਜੀ ਕਿ
ਤੁਹਾਨੂੰ ਅਸੀਂ ਕਿੱਦਾਂ ਕੰਟੈਕਟ ਕਰੀਏ। ਮੇਰੇ ਆਫਿਸ ਨੇ ਜੀ ਨਿਊਯਾਰਕ 'ਚ, ਉਹਦਾ ਨੰਬਰ ਹੈ 7185338444। ਕੈਲੀਫੋਰਨੀਆ ਦੇ ਨੰਬਰ ਹੈਗੇ 5106576444 5592715511 ਜਾਂ ਨੰਬਰ ਹੈ 9179154142। ਇਹ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਕੀ ਟੂਰਿਸਟ ਵੀਜ਼ੇ ਦੀ ਐਂਟਰੀ ਤੋਂ ਬਾਅਦ ਅਸਾਈਲਮ ਅਪਲਾਈ ਕੀਤਾ ਜਾ ਸਕਦਾ? ਹਾਂਜੀ, ਕੀਤਾ ਜਾ ਸਕਦਾ, ਲੇਕਿਨ ਉਹਦਾ ਤਾਂ ਹੀ ਕਰੋ ਜੇ ਅਸਾਈਲਮ ਦੇ ਜਿਹੜੇ 5 ਗਰਾਊਂਡ ਨੇ ਉਹਨਾਂ ਵੀ ਤੁਹਾਡਾ ਕੇਸ ਆਉਂਦਾ। ਇਨ ਅਦਰ ਵਰਡਸ ਕੇਸ ਸੱਚਾ ਆ, ਤੁਹਾਡੇ ਕੋਲ ਪ੍ਰੂਫ ਹੈਗੇ ਆ ਕਿ ਜਿਹੜੀ ਕੰਟਰੀ ਤੁਸੀਂ ਆਏ ਆ ਉੱਥੇ ਤੁਹਾਨੂੰ ਕੁੱਟਮਾਰ ਹੋਈ ਆ, ਤੰਗ ਕੀਤਾ ਗਿਆ, ਪਰਸੀਕਿਊਸ਼ਨ ਹੋਈ ਆ। ਜੇ ਵਾਪਸ ਜਾਓਗੇ ਤਾਂ ਵੀ ਤੁਹਾਡੇ ਨਾਲ ਇਹ ਵਤੀਰਾ ਹੋਊਗਾ, ਫਿਰ ਤੁਸੀਂ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਬੰਬੇ ਅੰਬੈਸੀ ਕਦੋਂ ਦਿੱਲੀ ਸ਼ਿਫਟ ਹੋਏਗੀ? ਅਜੇ ਇਹਦੇ ਬਾਰੇ ਕੋਈ ਪਲਾਨ ਜਿਹੜਾ ਹੈਗਾ ਉਹ ਸਾਹਮਣੇ ਨਹੀਂ ਆਇਆ। ਕੋਸ਼ਿਸ਼ ਕਰ ਰਹੇ ਹਾਂ ਅਤੇ ਸਾਡੀ ਜਲਦੀ ਮੀਟਿੰਗ ਹੋਣੀ ਜਾ ਰਹੀ ਆ ਇੱਕ ਸੈਨੇਟਰ ਦੇ ਨਾਲ। ਸੈਨੇਟਰ ਬੌਬ ਮਨੈਂਡਸ ਜੋ ਕਿ ਸੈਨੇਟ ਦੀ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਮੈਨ ਨੇ, ਬੜੇ ਅਮਰੀਕਾ ਦੇ ਪਾਵਰਫੁਲ ਲੀਡਰ ਨੇ, ਉਹਨਾਂ ਨਾਲ ਮੀਟਿੰਗ ਹੋਏਗੀ। ਉਹਦੇ ਬਾਰੇ ਜਦੋਂ ਵੀ ਮੀਟਿੰਗ ਹੁੰਦੀ ਆ ਇਹ ਮੁੱਦਾ ਚੱਕਾਂਗੇ ਅਤੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਉਹਦੇ ਬਾਰੇ ਉਹ ਕੀ ਕਹਿੰਦੇ ਆ। ਅਗਲਾ ਸਵਾਲ ਹੈ ਜੀ ਕਿ 13 ਤਰੀਕ ਨੂੰ ਤੋਂ ਬਾਅਦ ਜਿਹੜੇ ਬਾਰਡਰ ਤੋਂ ਆਏ ਆ ਉਹ ਆ ਸਕਦੇ ਆ? ਬਿਲਕੁਲ ਆ ਰਹੇ ਆ। ਮੈਂ ਦੱਸ ਕੇ ਹਟਿਆ ਜੀ ਕਿ ਜਿਹੜੇ ਬੰਦੇ ਉਸ ਤੋਂ ਬਾਅਦ ਆਏ ਨੇ ਸਾਡੇ ਕੋਲ, ਜਿਹੜੇ ਕਿ 16 ਨੂੰ ਵੀ ਟੱਪੇ, ਉਸ ਤੋਂ ਬਾਅਦ ਵੀ ਟੱਪੇ ਆ, ਉਹਨਾਂ ਨੂੰ ਐਂਟਰੀ ਮਿਲੀ ਆ, ਉਹ ਆ ਗਏ ਇੱਥੇ। ਕੀ ਜਿਹੜਾ ਸਟੂਡੈਂਟ ਵੀਜ਼ੇ 'ਤੇ ਆਇਆ ਅਸਾਈਲਮ ਅਪਲਾਈ ਕਰ ਸਕਦਾ? ਹਾਂਜੀ, ਕਰ ਸਕਦਾ। ਅਸਾਈਲਮ ਸਟੂਡੈਂਟ ਵਾਲਾ ਵੀ ਕਰ ਸਕਦਾ, ਵਿਜ਼ਟਰ ਵੀ ਕਰ ਸਕਦਾ, ਪਰ ਉਹਨੂੰ ਸ਼ੋਅ ਕਰਨਾ ਪਏਗਾ ਕਿ ਜਿਹੜੇ ਅਸਾਈਲਮ ਦੇ 5 ਗਰਾਊਂਡ ਉਹਨਾਂ ਵਿੱਚ ਉਹਦਾ ਕੇਸ ਹੋਵੇ, ਉਹਨੂੰ ਇੰਡੀਆ 'ਚ ਕੋਈ ਪ੍ਰੋਬਲਮ ਜਾਂ ਆਪਣੀ ਕੰਟਰੀ 'ਚ ਜਿੱਥੋਂ ਦਾ ਵੀ ਆਈ ਹੋਵੇ, ਅਤੇ ਜੇ ਵਾਪਸ ਗਿਆ ਉੱਥੇ ਵੀ ਉਹਨੂੰ ਪ੍ਰੋਬਲਮ ਆ ਸਕਦੀ ਆ ਅਤੇ ਉਹ ਅਸਾਈਲਮ ਅਪਲਾਈ ਕਰ ਸਕਦਾ ਹੈ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ। ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੇ ਵੀਕ ਫਿਰ ਮਿਲਾਂਗੇ ਅਪਡੇਟ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।